चेत गोबिंद अराधियै, होवै नंद कणा। संत जना मिल पाइयै, रसना नाम फना। जिन पाया प्रभ आपन, आए तिसै गणा। इक खिन तिस बिन जीवना, बिरथा जन्म जना। जल थल महियल पूरिया, रविया विच बना। सो प्रभ चित्त न आवई, कितड़ा दुख गणा। जिन्नी राव्या सो प्रभु, तिन्ना भाग मना। हर दर्शन को मन लोचदा, नानक प्यास मना। चेत मिलाए सो प्रभु, तिसकै पाए लगा। चेत मिलाए सो प्रभु, तिसकै पाए लगा। परम सत्कारयोग धन श्री गुरु अर्जन देव पातशाह जी महाराज, उन्हां दे मुखार बिंद तो उच्चारण की हुई पवित्र बाणी, 12 माहां दी बाणी। उस पवित्र बाणी दे विचों साहिब कोलों पुछना करिए कि चेत दा महीना साडे जीवन दे लई की बख्शिश कर रहा है। साहिब ने उस महीने दे अंदर बड़ी प्यारी बख्शिश की। एक छोटी जी बेनती आप जी नाल साझी कर देना। इस जगत दे अंदर, संसार दे अंदर विचरदियां होइयां सी देखदे हां, हर मनुख सुख ते आनंद चाहुंदा है। हर मनुख चाहुंदा है भी मेरे जीवन दे विच सुख बनिया रहे। मनुख की जिन्नी भी दौड़ है ना जगत के अंदर, जिन्नी भी दौड़ ते भज है, वो केवल सुखां लई है कि मैनू केवल ते केवल सुख मिले, मैं सुख नूं हासिल करां, मैं सुख नूं प्राप्त करां। साहिब दा बचन भी है बड़ा प्यारा, जतन बहुत सुख के किए, दुख को कियो ना कोई। मनुख की जिन्नी भी मशक्कत घाल है, जिन्नी भी मेहनत है, जिन्ना भी यतन करता है ना, वो केवल सुखां लई करता है कि मैनू सुख मिल जाए, सुख प्राप्त हो जाए। पर साहिब कहते मनुख ਜਿਹੜੀਆਂ वस्तुआं ਦੇ ਵਿੱਚ, ਜਿਹੜੇ पदार्थां ਵਿੱਚੋਂ सुख ਭਾਲਣਾ ਚਾਹੁੰਦਾ है ना, वो असल ਵਿੱਚ सुख नहीं है। ये मनुख की एक ना समझी है। मनुख ਜਿਹੜੀ पदार्थां चों ਜਾਂ ਜਿਹੜੀ वस्तुआं चों ਜਾਂ ਜਿਹੜੇ जगत ਦੇ ਵਿੱਚੋਂ सुख ਭਾਲਣਾ ਚਾਹੁੰਦਾ है ना, वो असल ਦੇ ਵਿੱਚ सुख नहीं है। बचन है, दुख कियां पंडां खुलियां, सुख ना निकलियो कोई। जिन्ना साहिब कहते मनुख जगत दे विच गलीन होवेगा, संसार दे पदार्थां विच खचित होएगा, उन्ना साहिब कहते विचों दुख निकलेगा, सुख नहीं निकलना, उन्ना दुख निकलेगा। दुख कियां पंडां खुलियां,
ਸੁਖ ਨਾ ਨਿਕਲਿਓ ਕੋਏ, ਦੁੱਖ ਵਿੱਚ ਜਿਉ ਜਲਾਇਆ, ਦੁਖੀਆ ਚੱਲਿਆ ਰੋਈ। ਸਾਹਿਬ ਕਹਿੰਦੇ ਦੁੱਖਾਂ ਦੇ ਵਿੱਚ ਜਿੰਦ ਨੂੰ ਸਾੜਦਾ ਹੈ ਤੇ ਦੁਖੀ ਹੋ ਕੇ ਰੋਂਦਾ ਹੋਇਆ ਸੰਸਾਰ ਤੋਂ ਕੂਚ ਕਰ ਜਾਂਦਾ ਹੈ। ਸਾਹਿਬ ਕਹਿੰਦੇ ਉੱਚੇ ਮਹਿਲ ਵਿੱਚ ਬੈਠ ਕੇ ਵੀ ਦੁਖੀ ਹੈ, ਮਹਿੰਗੇ ਤੋਂ ਮਹਿੰਗੇ ਬਿਸਤਰਿਆਂ ਤੇ ਗਦੇਲਿਆਂ ਤੇ ਬੈਠ ਕੇ ਵੀ ਦੁਖੀ ਹੈ, ਮਹਿੰਗੀ ਤੋਂ ਮਹਿੰਗੀ ਕਾਰ ਵਿੱਚ ਬੈਠ ਕੇ ਵੀ ਦੁੱਖ ਬਿਆਨ ਕਰ ਰਿਹਾ ਹੈ। ਕਿਉਂਕਿ ਜਿਹੜੇ ਜਗਤ ਦੇ ਵਿੱਚ, ਜਿਹੜੇ ਸੰਸਾਰ ਦੇ ਵਿੱਚ ਦੌੜ ਕੇ ਇਹ ਸੁੱਖ ਭਾਲਦਾ ਹੈ, ਸਾਹਿਬ ਕਹਿੰਦੇ ਉਹ ਸੁੱਖ ਦਾ ਸਾਧਨ ਨਹੀਂ ਹੈ। ਜਿੰਨਾ ਜਗਤ ਵਿੱਚ ਖਚਿਤ ਹੋਏਗਾ, ਜਿੰਨਾ ਜਗਤ ਵਿੱਚ ਮਲੀਨ ਹੋਏਗਾ, ਉਹਨਾਂ ਸਾਹਿਬ ਕਹਿੰਦੇ ਦੁਖੀ ਹੋਵੇਗਾ। ਸਾਹਿਬ ਨੇ ਬਖਸ਼ਿਸ਼ ਕੀਤੀ, ਜੇ ਅਸਲ ਵਿੱਚ ਸੁੱਖ ਚਾਹੁੰਦਾ ਹੈ, ਉਹ ਸੁੱਖ ਜਿਹੜਾ ਤੇਰੇ ਜੀਵਨ ਦੇ ਵਿੱਚੋਂ ਕਦੇ ਵਿਸਰੇ ਨਾ, ਖਤਮ ਨਾ ਹੋਵੇ। ਸਾਹਿਬ ਕਹਿੰਦੇ ਜੇ ਅਸਲ ਵਿੱਚ ਸੁੱਖ ਚਾਹੁੰਦਾ ਹੈ, ਇੱਕ ਕਾਰਜ ਕਰਨਾ ਪਏਗਾ ਤੈਨੂੰ, ਇੱਕ ਉਦਮ ਕਰਨਾ ਪਏਗਾ। ਚੇਤ ਗੋਬਿੰਦ ਰਾਧੀਐ, ਹੋਵੇ ਆਨੰਦ ਘਣਾ। ਸਾਹਿਬ ਕਹਿੰਦੇ ਜੇ ਅਸਲ ਦੇ ਵਿੱਚ ਸੁੱਖ ਚਾਹੁੰਦਾ ਹੈ, ਉਸ ਪਰਮਾਤਮਾ ਦੇ ਨਾਮ ਨੂੰ ਸਿਮਰ। ਥੋੜਾ ਬਹੁਤ ਵੀ ਨਹੀਂ, ਸਾਹਿਬ ਕਹਿੰਦੇ ਘਣਾ, ਬਹੁਤ ਹੀ ਆਨੰਦ ਜੀਵਨ 'ਚ ਹਾਸਲ ਕਰ ਲਏਗਾ, ਬਹੁਤ ਹੀ ਸੁੱਖ ਜੀਵਨ 'ਚ ਹਾਸਲ ਕਰ ਲਏਗਾ। ਸਾਹਿਬ ਕਹਿੰਦੇ ਯਾਦ ਰੱਖੀ ਉਹ ਸੁੱਖ। ਵੇਖੋ, ਜੇ ਨਾਮ ਤੇ ਬੰਦਗੀ ਨਾਲ ਜੁੜ ਕੇ ਜੀਵਨ ਨੂੰ ਬਤੀਤ ਕਰੇਗਾ, ਸਾਹਿਬ ਕਹਿੰਦੇ ਇਹਦੇ ਵਿੱਚੋਂ ਜਿਹੜਾ ਸੁੱਖ ਮਿਲਦਾ ਹੈ ਨਾ, ਉਹ ਸੁੱਖ ਕਦੇ ਵੀ ਤੇਰੇ ਜੀਵਨ 'ਚੋਂ ਖਤਮ ਨਹੀਂ ਹੋਵੇਗਾ। ਇਹ ਉਹ ਸੁੱਖ ਹੈ ਜਿਹੜਾ ਕੰਡਿਆਂ ਦੇ ਸੱਥਰ ਤੇ ਸੋ ਕੇ ਵੀ ਸ਼ੁਕਰਾਨਾ ਕਰ ਦਿੰਦਾ ਹੈ। ਇਹ ਉਹ ਸੁੱਖ ਹੈ ਜਿਹੜਾ ਪੁੱਤਰਾਂ ਦੀ ਲਾਸ਼ਾਂ ਤੋਂ ਲੰਘ ਕੇ ਵੀ ਸਾਹਿਬ ਕਹਿੰਦੇ ਜੀਵਨ ਦੇ ਵਿੱਚ ਹੰਝੂ ਨਹੀਂ ਵਗਣ ਦਿੰਦਾ। ਇਹ ਉਹ ਸੁੱਖ ਹੈ ਜਿਹੜਾ ਤੱਤੀ ਤਵੀ ਤੇ ਬੈਠ ਕੇ ਵੀ ਇਹ ਗੱਲ ਆਖਦਾ ਏ ਕਿ ਸਾਹਿਬਾ ਤੇਰਾ ਭਾਣਾ ਮਿੱਠਾ ਲੱਗਦਾ ਹੈ, ਮੈਨੂੰ ਬੜਾ ਚੰਗਾ ਲੱਗਦਾ ਹੈ। ਇਹ ਉਹ ਸੁੱਖ ਹੈ, ਯਾਦ ਰੱਖਿਓ, ਜੀਵਨ ਦੇ ਸਫ਼ਰ 'ਚ ਜਿੰਨੀਆਂ ਵੀ ਰੁਕਾਵਟਾਂ ਆ ਜਾਣ, ਜੀਵਨ ਦੇ ਸਫ਼ਰ ਦੇ ਵਿੱਚ ਜਿੰਨੀਆਂ ਵੀ ਰੁਕਾਵਟਾਂ ਬਣ ਜਾਣ, ਸਾਹਿਬ ਕਹਿੰਦੇ ਕਦੇ ਵੀ ਡੋਲੇਗਾ ਨਹੀਂ, ਹਮੇਸ਼ਾ ਸ਼ੁਕਰਾਨਾ ਕਰ ਦੇਗਾ। ਇਹ ਉਹ ਸੁੱਖ ਹੈ ਕੇਵਲ। ਇਸ ਲਈ ਸਾਹਿਬ ਨੇ ਇਹ ਬੜੀ ਪਿਆਰੀ ਬਖਸ਼ਿਸ਼ ਤੇ ਰਹਿਮਤ ਕੀਤੀ। ਜੇ ਜੀਵਨ ਦੇ ਵਿੱਚ ਅਸਲ ਸੁੱਖ ਚਾਹੁੰਦਾ ਹੈ, ਅਸਲ ਸੁੱਖ ਹਾਸਲ ਕਰਨਾ ਚਾਹੁੰਦਾ ਹੈ, ਤਾਂ ਚੇਤ ਗੋਬਿੰਦ ਰਾਧੀਐ, ਹੋਵੇ ਆਨੰਦ ਘਣਾ। ਸਾਹਿਬ ਕਹਿੰਦੇ ਉਸ ਪਰਮਾਤਮਾ ਦੀ ਯਾਦ ਵਿੱਚ ਜੁੜ, ਉਸ ਪਰਮਾਤਮਾ ਦੇ ਸਿਮਰਨ ਦੇ ਵਿੱਚ ਜੁੜ, ਫਿਰ ਜੀਵਨ 'ਚ ਸੁੱਖ ਹੈ, ਆਨੰਦ ਹੈ। ਨੌਵੇਂ ਪਿਤਾ ਪਾਤਸ਼ਾਹ ਜੀ ਨੇ ਇੱਕ ਬੜੀ ਪਿਆਰੀ ਭੇਦ ਦੀ ਗੱਲ, ਇੱਕ ਗੁੱਝੀ ਗੱਲ ਜਿਹੜੀ ਹੈ ਉਹ ਬਿਆਨ ਕੀਤੀ ਹੈ। ਗੁੱਝੀ ਗੱਲ ਜਿਹੜੀ ਹੈ ਉਹ ਬਿਆਨ ਕੀਤੀ ਹੈ ਸਾਹਿਬ ਨੇ। ਬੜੇ ਪਿਆਰੇ ਬਚਨ ਉਹਨਾਂ ਨੇ ਬਖਸ਼ਿਸ਼ ਕੀਤੇ। ਹਰ ਕੇ ਨਾਮ ਬਿਨਾ ਦੁੱਖ ਪਾਵੇ। ਸਾਹਿਬ ਕਹਿੰਦੇ ਨਾਮ ਤੋਂ ਬਗੈਰ ਦੁੱਖ ਹੈ ਜੀਵਨ ਦੇ ਅੰਦਰ, ਸੁੱਖ ਨਹੀਂ ਹੈ। ਹਰ ਕੇ ਨਾਮ ਬਿਨਾ ਦੁੱਖ ਪਾਵੇ, ਭਗਤ ਬਿਨਾ ਸਹਿਸਾ ਨਹੀਂ ਚੁੱਕੈ, ਇਹ ਗੁਰ ਭੇਦ ਬਤਾਵੇ। ਗੁਰੂ ਇਹ ਭੇਦ ਦੀ ਗੱਲ, ਡੂੰਘਿਆਈ ਦੀ ਗੱਲ ਬਿਆਨ ਕਰ ਰਿਹਾ ਹੈ ਵੀ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਨਾਮ ਤੋਂ ਬਗੈਰ ਸੁੱਖ ਨਹੀਂ ਹੈ। ਉਸ ਭਗਤੀ ਤੋਂ ਬਗੈਰ ਜੀਵਨ ਦੇ ਵਿੱਚ ਆਨੰਦ ਨਹੀਂ ਹੈ, ਸੁੱਖ ਨਹੀਂ ਹੈ ਇਸ ਜਗਤ ਦੇ ਅੰਦਰ, ਇਸ ਸੰਸਾਰ ਦੇ ਅੰਦਰ। ਵੇਖੋ ਇੱਕ ਨੁਕਤਾ ਹੈ ਬੜਾ ਪਿਆਰਾ। ਮਨੁੱਖ ਸੁੱਖਾਂ ਨੂੰ ਲੋਚਦਾ ਹੈ,
ਮਨੁੱਖ ਚਾਹੁੰਦਾ ਵੀ ਮੇਰੇ ਜੀਵਨ ਦੇ ਵਿੱਚ ਸੁੱਖ ਬਣਿਆ ਰਹੇ ਹਮੇਸ਼ਾ। ਸੁੱਖਾਂ ਲਈ ਭੱਜ ਦੌੜ ਵੀ ਕਰਦਾ ਹੈ, ਦਿਨ ਰਾਤ ਇੱਕ ਕਰਦਾ ਹੈ। ਪਰ ਸਾਹਿਬ ਕਹਿੰਦੇ ਦੁੱਖ ਰੋਗ ਹੈ, ਸੁੱਖ ਰੋਗ ਹੈ, ਦੁੱਖ ਦਾਰੂ ਹੈ। ਦੁੱਖ ਦਾਰੂ ਸੁੱਖ ਰੋਗ ਪਿਆ। ਦੁੱਖ ਇੱਕ ਇਲਾਜ ਹੈ, ਸੁੱਖ ਇੱਕ ਰੋਗ ਹੈ। ਹੁਣ ਮਨੁੱਖ ਦੇ ਜੀਵਨ ਦੇ ਵਿੱਚ ਦੁਨਿਆਵੀ ਤੌਰ 'ਤੇ ਜਿੰਨਾ ਸੁੱਖ ਆਉਂਦਾ ਨਾ, ਉਹਨਾਂ ਬੰਦਗੀ ਤੋਂ ਦੂਰ ਹੁੰਦਾ ਹੈ, ਉਹਨਾਂ ਨਾਮ ਤੋਂ, ਪਰਮਾਤਮਾ ਦੀ ਯਾਦ ਤੋਂ ਦੂਰ ਹੁੰਦਾ ਜਾਂਦਾ ਹੈ। ਪਰ ਸਾਹਿਬ ਕਹਿੰਦੇ ਜਿੰਨਾ ਦੁੱਖ ਜੀਵਨ 'ਚ ਆਉਂਦਾ ਨਾ, ਸਾਹਿਬ ਕਹਿੰਦੇ ਉਹਨਾਂ ਇਹ ਪਾਠ ਵੀ ਕਰਦਾ, ਨਾਮ ਵੀ ਜਪਦਾ, ਅਰਦਾਸ ਬੇਨਤੀਆਂ ਵੀ ਕਰਦਾ। ਦੁੱਖ ਦਾਰੂ ਸੁੱਖ ਰੋਗ ਪਿਆ। ਜਪਜੀ ਸਾਹਿਬ ਦੇ ਅੰਦਰ ਬੜਾ ਪਿਆਰਾ ਬਚਨ ਹੈ, ਕੇਤਿਆਂ ਦੂਖ ਭੂਖ ਸਦ ਮਾਰ, ਏਪੇ ਦਾ ਤੇਰੀ ਦਾਤਾਰ। ਦੁੱਖ ਦੀ ਦਾਤ ਹੈ, ਸੁੱਖ ਦਾਤ ਨਹੀਂ। ਸਾਹਿਬ ਕਹਿੰਦੇ ਦੁੱਖ ਦੀ ਦਾਤ ਹੈ, ਪਰ ਅਸੀਂ ਨਹੀਂ ਮੰਗਦੇ। ਕੋਈ ਮਨੁੱਖ ਜਗਤ ਦੇ ਅੰਦਰ, ਸੰਸਾਰ ਦੇ ਅੰਦਰ ਇਹ ਨਹੀਂ ਆਖਦਾ ਕਿ ਮੇਰੇ ਜੀਵਨ ਦੇ ਵਿੱਚ ਦੁੱਖ ਆ ਜਾਵੇ ਜਾਂ ਮੈਨੂੰ ਦੁੱਖ ਮਿਲ ਜਾਏ। ਪਰ ਸਾਹਿਬ ਕਹਿੰਦੇ ਦੁੱਖ ਇੱਕ ਦਾਤ ਹੈ ਹੁੰਦੀ। ਵੇਖੋ ਜੀਵਨ ਦੇ ਅੰਦਰ ਜਿੰਨਾ ਵੀ ਦੁੱਖ ਆਏਗਾ ਨਾ, ਜਿੰਨਾ ਦੁੱਖ ਆਏਗਾ ਉਹਨਾਂ ਸਾਹਿਬ ਕਹਿੰਦੇ ਜੀਵਨ ਸਵਰੇਗਾ। ਦੁੱਖ ਜੀਵਨ ਨੂੰ ਸਵਾਰਦਾ ਏ, ਦੁੱਖ ਜੀਵਨ ਨੂੰ ਸ਼ਿੰਗਾਰਦਾ ਏ, ਦੁੱਖ ਜੀਵਨ ਨੂੰ ਪਾਲਿਸ਼ ਕਰ ਦਿੰਦਾ ਹੈ। ਦੋ ਪੱਖ ਹੰਡਾਉਂਦਾ ਹੈ ਮਨੁੱਖ। ਦੁੱਖ ਦੇ ਵਿੱਚ ਦੋ ਵਿਚਾਰ ਪੈਦਾ ਕਰਦਾ ਹੈ। ਜੇ ਮਨੁੱਖ ਦੁੱਖਾਂ ਦੇ ਵਿੱਚ ਡੋਲ ਗਿਆ, ਹਾਰ ਗਿਆ, ਸਾਹਿਬ ਕਹਿੰਦੇ ਜਾਂ ਤਾਂ ਉਹ ਸੁਸਾਈਡ ਕਰ ਲੈਂਦਾ ਜਾਂ ਨਸ਼ਿਆਂ 'ਚ ਪੈ ਜਾਂਦਾ ਹੈ। ਜਿਹੜਾ ਮਨੁੱਖ ਦੁੱਖਾਂ ਨੂੰ ਸਮਝ ਗਿਆ, ਦੁੱਖਾਂ ਤਕਲੀਫਾਂ ਨੂੰ ਹੰਢਾ ਗਿਆ ਜੀਵਨ ਦੇ ਅੰਦਰ, ਸਾਹਿਬ ਕਹਿੰਦੇ ਉਹ ਸਭ ਨਾਲੋਂ ਜ਼ਿਆਦਾ ਸਮਝਦਾਰ ਮਨੁੱਖ ਬਣ ਜਾਂਦਾ ਹੈ। ਇਹਨਾਂ ਗਿਆਨ ਦੀਆਂ ਕਿਤਾਬਾਂ ਪੜ੍ਹ ਕੇ ਜਾਂ ਵਿੱਦਿਆ ਪ੍ਰਾਪਤ ਕਰਕੇ ਸਮਝਦਾਰ ਨਹੀਂ ਬਣਦਾ ਮਨੁੱਖ, ਜਿੰਨਾ ਮਨੁੱਖ ਦੁੱਖ ਨੂੰ ਹੰਢਾ ਕੇ ਸਮਝਦਾਰ ਬਣਦਾ ਹੈ। ਇਹ ਦੋ ਪੱਖ ਆਪਣੇ ਜੀਵਨ 'ਚ ਮਨੁੱਖ ਵਰਤਾ ਲੈਂਦਾ ਹੈ। ਤੇ ਸਾਹਿਬ ਕਹਿੰਦੇ ਜੇ ਦੁੱਖਾਂ ਨੂੰ ਹੰਢਾ ਲਏਗਾ, ਦੁੱਖਾਂ ਨੂੰ ਸਮਝ ਲਏਗਾ, ਦੁੱਖ ਤਕਲੀਫਾਂ ਨੂੰ ਸਮਝ ਲਏਗਾ, ਕਦੇ ਡੋਲੇਗਾ ਨਹੀਂ, ਸਾਹਿਬ ਕਹਿੰਦੇ ਜੀਵਨ ਤੇਰਾ ਸਵਰ ਜਾਏਗਾ, ਸਮਝਦਾਰ ਬਣ ਜਾਏਗਾ। ਇੱਕ ਛੋਟੀ ਜੀ ਘਟਨਾ ਨਾਲ ਮੈਂ ਸਾਂਝ ਕਰ ਦਿੰਦਾ ਆਪ ਜੀ ਨਾਲ। ਇੱਕ ਕਿਰਸਾਨ ਉਸ ਪਰਮਾਤਮਾ ਦੇ ਕੋਲ ਗਿਆ, ਪਰਮਾਤਮਾ ਨੂੰ ਆਖਦਾ ਹੈ ਵੀ ਰੱਬ ਜੀ ਤੁਹਾਨੂੰ ਕੁਝ ਨਹੀਂ ਪਤਾ ਕਿਰਸਾਨੀ ਬਾਰੇ। ਮੈਂ ਕਿਰਸਾਨ ਹਾਂ, ਮੈਨੂੰ ਸਭ ਕੁਝ ਪਤਾ ਹੈ, ਮੈਂ ਸਭ ਕੁਝ ਜਾਣਦਾ। ਤੁਹਾਨੂੰ ਕੁਝ ਨਹੀਂ ਪਤਾ ਕਿਰਸਾਨੀ ਬਾਰੇ। ਇਹ ਜਿਹੜਾ ਮੌਸਮ ਵਿਭਾਗ ਹੈ ਨਾ, ਇਹ ਮੈਨੂੰ ਦੇ ਦਿਓ। ਜਦੋਂ ਸਾਨੂੰ ਲੋੜ ਨਹੀਂ ਹੁੰਦੀ ਉਦੋਂ ਤੁਸੀਂ ਬਾਰਿਸ਼ ਪਾ ਦਿੰਦੇ ਹੋ, ਜਦੋਂ ਸਾਨੂੰ ਜ਼ਰੂਰਤ ਹੁੰਦੀ ਹੈ ਉਦੋਂ ਬਾਰਿਸ਼ ਆਉਂਦੀ ਨਹੀਂ। ਤੁਹਾਨੂੰ ਕਿਰਸਾਨੀ ਬਾਰੇ ਨਹੀਂ ਪਤਾ। ਇਹ ਮੌਸਮ ਵਿਭਾਗ ਦਾ ਜਿਹੜਾ ਕੰਮ ਹੈ ਨਾ, ਇਹ ਮੈਨੂੰ ਸੌਂਪ ਦਿਓ। ਰੱਬ ਕਹਿੰਦਾ ਠੀਕ ਹੈ, ਤੂੰ ਉਸ ਕਾਰਜ ਨੂੰ ਸਾਂਭ ਲੈ। ਹੁਣ ਕਿਰਸਾਨ ਨੇ ਮੱਕਾ ਬੀਜਿਆ, ਮੱਕੀ ਦੀ ਫਸਲ ਬੀਜੀ। ਜਦੋਂ ਉਹਨੂੰ ਬਾਰਿਸ਼ ਦੀ ਜ਼ਰੂਰਤ ਸੀ, ਉਹਨੇ ਆਵਾਜ਼ ਮਾਰੀ ਬੱਦਲਾਂ ਨੂੰ, ਬਾਰਿਸ਼ ਪੈ ਗਈ। ਜਦੋਂ ਧੁੱਪ ਦੀ ਜ਼ਰੂਰਤ ਸੀ, ਉਹਨੇ ਧੁੱਪ ਪਵਾਤੀ। ਜਿਹੜੀ ਚੀਜ਼ ਦੀ ਉਹਨੂੰ ਜ਼ਰੂਰਤ ਸੀ ਉਸੇ ਤਰ੍ਹਾਂ ਕਰਦਾ ਰਿਹਾ। ਮੱਕਾ ਬੜਾ
ਵੱਡਾ ਵੱਡਾ ਹੋ ਗਿਆ, ਲੰਬਾ ਹੋ ਗਿਆ, ਛੱਲੀਆਂ ਬੜੇ ਮੋਟੇ ਰੂਪ 'ਚ ਹੋ ਗਈਆਂ। ਕਿਰਸਾਨ ਬੜਾ ਖੁਸ਼। ਕਿਰਸਾਨ ਕਹਿੰਦਾ ਮੈਂ ਪਹਿਲਾਂ ਹੀ ਆਖਦਾ ਸੀ। ਇਹ ਕਿਰਸਾਨੀ ਦੇ ਬਾਰੇ ਜਿਹੜਾ ਇਹ ਸਭ ਕੁਝ ਮੈਨੂੰ ਪਤਾ ਹੈ, ਰੱਬ ਨੂੰ ਨਹੀਂ ਪਤਾ। ਮੱਕਾ ਬੜਾ ਵੱਡਾ ਹੋਇਆ, ਛੱਲੀਆਂ ਬੜੀਆਂ ਮੋਟੀਆਂ ਹੋਈਆਂ, ਬੜਾ ਲੰਬਾ ਲੰਬਾ ਮੱਕਾ ਹੋ ਗਿਆ। ਉਹਨੇ ਉਸ ਵਕਤ ਜਦੋਂ ਛੱਲੀ ਬਾਹਰੋਂ ਕਾਰ ਤੋਂ ਤੋੜੀ ਨਾ, ਉਹਨੇ ਜਦੋਂ ਛਿੱਲੀਆਂ ਤੇ ਵਿੱਚ ਦਾਣਾ ਇੱਕ ਵੀ ਨਹੀਂ, ਉਹ ਬੜਾ ਹੈਰਾਨ ਹੋਇਆ ਵੀ ਛੱਲੀਆਂ ਬਾਹਰੋਂ ਰੂਪ ਤੇ ਇੰਨੀਆਂ ਮੋਟੀਆਂ ਲੱਗ ਰਹੀਆਂ ਸਨ, ਪਰ ਵਿੱਚ ਦਾਣਾ ਇੱਕ ਵੀ ਨਹੀਂ। ਉਹ ਰੱਬ ਨੂੰ ਫਿਰ ਆਖਦਾ ਕਿ ਰੱਬਾ, ਜਿਹੜੀ ਚੀਜ਼ ਦੀ ਜਦੋਂ ਵੀ ਜ਼ਰੂਰਤ ਸੀ ਨਾ, ਉਹ ਮੈਂ ਉੱਥੇ ਵਰਤਦਾ ਰਿਹਾ, ਪਰ ਮੈਂ ਹੈਰਾਨ ਹਾਂ ਦਾਣਾ ਇੱਕ ਵੀ ਨਹੀਂ ਆਇਆ। ਇਹ ਕਿਵੇਂ ਹੋ ਸਕਦਾ ਹੈ? ਰੱਬ ਕਹਿੰਦਾ ਵੀ ਮੈਨੂੰ ਤਾਂ ਨਹੀਂ ਪਤਾ, ਮੈਂ ਤਾਂ ਤੇਰੇ ਛੱਲੀਆਂ ਦੇ ਦਾਣੇ ਨੂੰ ਰੋਕਿਆ ਵੀ ਨਹੀਂ। ਰੱਬ ਕਹਿੰਦਾ ਪਰ ਗਲਤੀ ਤੇਰੀ ਹੈ। ਕਹਿੰਦੇ ਮੇਰੀ ਕਿਵੇਂ ਗਲਤੀ? ਜਦੋਂ ਬਾਰਿਸ਼ ਦੀ ਜ਼ਰੂਰਤ ਸੀ ਮੈਂ ਬਾਰਿਸ਼ ਵੀ ਪਵਾਤੀ, ਜਦੋਂ ਜਿਹੜੀ ਚੀਜ਼ ਦੀ ਜ਼ਰੂਰਤ ਸੀ ਉਸ ਫਸਲ ਤੇ ਮੈਂ ਵਰਤਾਤੀ, ਔਰ ਫਿਰ ਵੀ ਦਾਣੇ ਨਹੀਂ ਹੋਏ, ਫਿਰ ਮੇਰੀ ਗਲਤੀ ਕਿਵੇਂ? ਰੱਬ ਕਹਿੰਦਾ ਤੂੰ ਹਨੇਰੀ ਨਹੀਂ ਪਵਾਈ। ਕਿਰਸਾਨ ਕਹਿੰਦਾ ਜੇ ਹਨੇਰੀ ਪੈ ਜਾਂਦੀ ਤਾਂ ਮੇਰੀ ਫਸਲ ਥੱਲੇ ਡਿੱਗ ਪੈਣੀ ਸੀ। ਰੱਬ ਕਹਿੰਦਾ ਜਿੰਨੀ ਹਨੇਰੀ ਆਉਂਦੀ ਜੜ੍ਹਾਂ ਦੀ ਪਕੜ ਥੱਲੇ ਮਜ਼ਬੂਤ ਜਾਂਦੀ, ਤੇ ਜਿੰਨੀਆਂ ਜੜ੍ਹਾਂ ਥੱਲੇ ਜਾਂਦੀਆਂ ਉਹਨਾਂ ਦਾਣਾ ਮੋਟਾ ਉਗਣਾ ਸੀ, ਉਹਨਾਂ ਦਾਣਾ ਮੋਟਾ ਉਗਣਾ ਸੀ। ਤੂੰ ਹਨੇਰੀ ਪਵਾਈ ਨਹੀਂ, ਫਸਲ ਉਸੇ ਤਰ੍ਹਾਂ ਖੜੀ ਰਹੀ, ਜੜ੍ਹਾਂ ਥੱਲੇ ਗਈਆਂ ਨਹੀਂ, ਦਾਣਾ ਉੱਗਿਆ ਨਹੀਂ। ਭਾਵ ਕਿ ਤੁਸੀਂ ਸਮਝ ਲੈਣਾ, ਜਿੰਨੀਆਂ ਜੀਵਨ 'ਚ ਦੁੱਖ ਤੇ ਤਕਲੀਫਾਂ ਵਿਆਪਣਗੀਆਂ, ਸਾਹਿਬ ਕਹਿੰਦੇ ਓਨਾ ਤੇਰਾ ਜੀਵਨ ਸਵਰੇਗਾ, ਓਨਾ ਜੀਵਨ ਤੇਰਾ ਚੰਗਾ ਬਣੇਗਾ। ਜੇ ਦੁੱਖ ਤੇ ਤਕਲੀਫਾਂ ਦੇ ਵਿੱਚ ਹਾਰ ਗਿਆ, ਸਾਹਿਬ ਕਹਿੰਦੇ ਇਹਨੂੰ ਸਮਝ ਨਾ ਸਕਿਆ, ਤੇ ਸਾਹਿਬ ਕਹਿੰਦੇ ਯਾਦ ਰੱਖੀ ਓਨਾ ਜੀਵਨ ਤੇਰਾ ਵਿਅਰਥ ਜਾਏਗਾ। ਜੇ ਸਾਹਿਬ ਕਹਿੰਦੇ ਤੂੰ ਚਾਹੁੰਦਾ ਵੀ ਇਹਦੇ 'ਚ ਮੈਂ ਕਦੇ ਡੋਲਾਂ ਨਾ, ਇਹਨਾਂ ਦੁੱਖ ਤਕਲੀਫਾਂ ਨੂੰ ਮੈਂ ਸਮਝ ਲਵਾਂ, ਤੇ ਸਾਹਿਬ ਕਹਿੰਦੇ ਫਿਰ ਤੂੰ ਇੱਕ ਕਾਰਜ ਜ਼ਰੂਰ ਕਰ, ਚੇਤ ਗੋਬਿੰਦ ਅਰਾਧੀਐ ਹੋਵੇ ਆਨੰਦ ਘਣਾ। ਸਾਹਿਬ ਕਹਿੰਦੇ ਉਸ ਪਰਮਾਤਮਾ ਦੀ ਯਾਦ ਵਿੱਚ ਜੁੜ ਜਾ, ਪਰਮਾਤਮਾ ਦੇ ਨਾਮ ਵਿੱਚ ਜੁੜ ਜਾ। ਯਾਦ ਰੱਖੀ ਜੀਵਨ ਦੇ ਅੰਦਰ ਜਿੰਨੇ ਵੀ ਦੁੱਖ ਹਨ ਦੁਨਿਆਵੀ ਤੌਰ ਤੇ, ਕਦੇ ਡੋਲੇਗਾ ਨਹੀਂ, ਕਦੇ ਨਹੀਂ ਡੋਲੇਗਾ। ਚੇਤ ਗੋਬਿੰਦ ਅਰਾਧੀਐ ਹੋਵੇ ਆਨੰਦ ਘਣਾ, ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ। ਪਰ ਜੀਭ ਨਾਲ ਪ੍ਰਭੂ ਦਾ ਨਾਮ ਜਪਣ ਦੀ ਦਾਤ ਇਹ ਸੰਤ ਜਨਾਂ ਕੋਲ, ਗੁਰਮੁਖ ਪਿਆਰਿਆਂ ਕੋਲ ਹੀ ਸਾਹਿਬ ਕਹਿੰਦੇ ਪ੍ਰਾਪਤ ਹੁੰਦੀ ਹੈ। ਸੰਤ ਜਨਾਂ ਮਿਲ ਪਾਈਐ ਰਸਨਾ ਨਾਮ ਭਣਾ, ਜਿਨ ਪਾਇਆ ਪ੍ਰਭ ਆਪਣਾ ਆਏ ਤਿਸੈ ਗਣਾ। ਕਹਿੰਦੇ ਉਸ ਬੰਦੇ ਨੂੰ ਜਗਤ ਵਿੱਚ ਜੰਮਿਆ ਜਾਣੋ, ਭਾਵ ਕਿ ਉਸ ਮਨੁੱਖ ਦਾ ਜੀਵਨ ਇਸ ਜਗਤ ਦੇ ਅੰਦਰ ਸਫਲ ਹੈ। ਉਸ ਮਨੁੱਖ ਦਾ ਜੀਵਨ ਇਸ ਸੰਸਾਰ ਦੇ ਵਿੱਚ ਸਭ ਤੋਂ ਜ਼ਿਆਦਾ ਸਫਲ ਹੈ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪ ਕੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ। ਭਾਵ ਕਿ ਜਿਨ੍ਹਾਂ ਨੇ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਨ ਕੀ, ਇਹ ਤੇਰੀ ਬਰੀਆ ਵਾਲਾ ਜਿਹੜਾ ਕਾਰਜ ਹੈ ਜਿਨ੍ਹਾਂ ਨੇ ਪੂਰਾ ਕੀਤਾ, ਸਾਹਿਬ ਕਹਿੰਦੇ ਉਹਨਾਂ ਦਾ ਸੰਸਾਰ ਵਿੱਚ ਆਇਆ ਹੋਇਆ ਸਫਲ ਹੈ। ਜਿਨ ਪਾਇਆ ਪ੍ਰਭ ਆਪਣਾ ਆਏ ਤਿਸੈ ਗਣਾ, ਇੱਕ ਖਿਨ ਤਿਸ ਬਿਨ ਜੀਵਨਾ ਬਿਰਥਾ ਜਨਮ ਜਨਾ।
ਸਾਹਿਬ ਕਹਿੰਦੇ ਇੱਕ ਮਾਤਰ, ਖਿੰਨ ਮਾਤਰ ਵੀ ਉਹਦੇ ਬਗੈਰ ਜੇ ਜੀਵਨ ਬਤੀਤ ਕਰ ਰਹੇ ਹਾਂ, ਉਹ ਤੇਰਾ ਜੀਵਨ ਵਿਅਰਥ ਹੈ, ਬੇਕਾਰ ਹੈ। ਅਸੀਂ ਆਪਣੇ ਮਨਾਂ ਨੂੰ ਵਿਚਾਰੀਏ, ਆਪਣੇ ਮਨਾਂ ਨੂੰ ਫਰੋਲੀਏ ਵੀ ਅਸੀਂ ਪਰਮਾਤਮਾ ਦੀ ਯਾਦ ਤੋਂ ਬਗੈਰ ਕਿੰਨਾ ਕੁ ਸਮਾਂ ਬਤੀਤ ਕਰ ਰਹੇ ਹਾਂ। ਸਾਨੂੰ ਤਾਂ ਕਈ ਸਮਾਂ ਲੰਘ ਜਾਂਦਾ ਗੁਰੂ ਨੂੰ ਯਾਦ ਕੀਤਿਆਂ, ਗੁਰੂ ਘਰ ਬੈਠਿਆਂ, ਗੁਰੂ ਦੀ ਸੰਗਤ ਕੀਤਿਆਂ, ਪਰ ਸਾਹਿਬ ਕਹਿੰਦੇ ਇੱਥੇ ਇੱਕ ਖਿੰਨ ਮਾਤਰ ਵੀ ਉਹਦੇ ਬਗੈਰ ਜੀਵਨ ਜਿਉਣਾ ਬਿਲਕੁਲ ਵਿਅਰਥ ਹੈ, ਬੇਕਾਰ ਹੈ। ਇੱਕ ਖਿੰਨ ਤਿਸ ਬਿਨ ਜੀਵਣਾ, ਬਿਰਥਾ ਜਨਮ ਜਨਾ, ਜਲਥਲ ਮਹੀਲ ਪੂਰਿਆ, ਰਵਿਆ ਵਿੱਚ ਬਣਾ। ਜਿਹੜਾ ਪ੍ਰਭੂ, ਉਸ ਪ੍ਰਭੂ ਦੀ ਯਾਦ ਤੋਂ ਬਗੈਰ ਜੀਵਨ ਵਿਅਰਥ ਹੈ। ਜਿਹੜਾ ਪ੍ਰਭੂ ਧਰਤੀ ਵਿੱਚ, ਆਕਾਸ਼ ਵਿੱਚ ਤੇ ਜੰਗਲਾਂ ਵਿੱਚ ਹਰ ਥਾਂ ਤੇ ਵਿਆਪਕ ਹੈ, ਹਰ ਥਾਂ ਤੇ ਵਸਦਾ ਹੈ। ਸੋ ਪ੍ਰਭ ਚਿਤ ਨ ਆਵਈ, ਕਿਤੜਾ ਦੁੱਖ ਗਨਾ, ਹਰ ਕੇ ਨਾਮ ਬਿਨਾ ਦੁੱਖ ਪਾਵੇ। ਪਰਮਾਤਮਾ ਦੇ ਨਾਮ ਤੋਂ ਬਗੈਰ ਸਾਹਿਬ ਕਹਿੰਦੇ ਜੀਵਨ ਦੇ ਵਿੱਚ ਕਿਤੜਾ ਦੁੱਖ ਗਣਾ। ਸਾਹਿਬ ਕਹਿੰਦੇ ਬਹੁਤਾ ਜੀਵਨ ਦੇ ਵਿੱਚ ਦੁੱਖ ਆ ਜਾਂਦਾ, ਉਹਨਾਂ ਦੁੱਖ ਜਿਹੜਾ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਸੋ ਪ੍ਰਭ ਚਿਤ ਨਾ ਆਵੇ, ਜੇ ਪਰਮਾਤਮਾ ਦੀ ਯਾਦ ਨਹੀਂ ਨਾ ਤੇਰੇ ਕੋਲ, ਜੇ ਤੇਰੇ ਕੋਲ ਨਿਤਨੇਮ ਨਹੀਂ, ਜੇ ਤੇਰੇ ਕੋਲ ਅੰਮ੍ਰਿਤ ਵੇਲਾ ਨਹੀਂ, ਜੇ ਤੇਰੇ ਕੋਲ ਗੁਰੂ ਦਾ ਸ਼ਬਦ ਨਹੀਂ, ਤੇ ਯਾਦ ਰੱਖੀ ਕਿਤੜਾ ਦੁੱਖ ਗਣਾ। ਸਾਹਿਬ ਕਹਿੰਦੇ ਇੰਨਾ ਦੁੱਖ ਤੇਰੇ ਜੀਵਨ 'ਚ ਆ ਜਾਏਗਾ, ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਸੋ ਪ੍ਰਭ ਚਿਤ ਨ ਆਵਈ, ਕਿਤੜਾ ਦੁੱਖ ਗਨਾ, ਜਿਨੀ ਰਾਵਿਆ ਸੋ ਪ੍ਰਭੂ, ਤਿੰਨਾ ਭਾਗ ਮਨਾ। ਜਿਨ੍ਹਾਂ ਬੰਦਿਆਂ ਨੇ ਉਸ ਪ੍ਰਭੂ ਨੂੰ ਆਪਣੇ ਹਿਰਦੇ 'ਚ ਵਸਾਇਆ ਹੈ, ਉਹਨਾਂ ਦੇ ਬੜੇ ਭਾਗ ਜਾਗ ਪੈਂਦੇ ਨੇ। ਉਹ ਸਾਹਿਬ ਕਹਿੰਦੇ ਗੁਰਮੁਖ ਪਿਆਰੇ ਗੁਰੂ ਨੂੰ ਚੰਗੇ ਲੱਗਦੇ ਨੇ, ਗੁਰੂ ਨੂੰ ਪਾਉਂਦੇ ਨੇ। ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਨੂੰ ਹਿਰਦੇ 'ਚ ਵਸਾਉਂਦੇ ਨੇ, ਹਰ ਦਰਸ਼ਨ ਕੋ ਮਨ ਲੋਚਦਾ, ਨਾਨਕ ਪਿਆਸ ਮਨਾ। ਨਾਨਕ ਦਾ ਮਨ ਉਸ ਪਰਮਾਤਮਾ ਦੇ ਦਰਸ਼ਨ ਦੇ ਲਈ ਲੋਚਦਾ ਹੈ, ਅੰਦਰ ਇੱਕ ਪਿਆਸ ਪੈਦਾ ਕਰਦਾ, ਇੱਕ ਤਾਂਘ ਪੈਦਾ ਕਰ ਦਿੰਦਾ ਹੈ। ਚੇਤ ਮਿਲਾਏ ਸੋ ਪ੍ਰਭੂ, ਤਿਸ ਕੈ ਪਾਏ ਲਗਾ। ਜਿਹੜਾ ਮਨੁੱਖ ਮੈਨੂੰ ਹਰੀ ਨਾਲ, ਪਰਮਾਤਮਾ ਦੇ ਨਾਲ ਮਿਲਾ ਦੇਵੇ, ਕਹਿੰਦੇ ਮੈਂ ਉਸ ਦੇ ਚਰਨੀ ਲੱਗਾਂਗਾ। ਜਿਹੜਾ ਉਸ ਸੱਚੇ ਦੇ ਨਾਲ ਮੈਨੂੰ ਮਿਲਾ ਦੇਵੇ, ਮੈਂ ਸਾਹਿਬ ਕਹਿੰਦੇ ਉਹਦੇ ਪੈਰੀ ਲੱਗ ਜਾਵਾਂਗਾ। ਇਸ ਲਈ ਪੰਚਮ ਪਿਤਾ ਨੇ ਚੇਤ ਦੇ ਮਹੀਨੇ ਦੇ ਅੰਦਰ ਬਖਸ਼ਿਸ਼ ਕੀਤੀ ਹੈ। ਸਾਹਿਬ ਕਹਿੰਦੇ ਜੇ ਚਾਹੁੰਦਾ ਤੇਰੇ ਜੀਵਨ 'ਚ ਆਨੰਦ ਬਣਿਆ ਰਹੇ ਸਦਾ ਲਈ, ਜੇ ਤੂੰ ਚਾਹੁੰਦਾ ਤੇਰੇ ਜੀਵਨ ਦੇ ਵਿੱਚ ਸੁੱਖ ਬਣਿਆ ਰਵੇ ਸਦਾ ਲਈ, ਜੇ ਤੂੰ ਚਾਹੁੰਦਾ ਸੰਸਾਰ ਵਿੱਚ ਵਿਚਰਦਿਆਂ ਹੋਇਆਂ ਦੁੱਖ ਤਕਲੀਫਾਂ ਦੇ ਵਿੱਚ ਵੀ ਮੈਂ ਤੇਰਾ ਸ਼ੁਕਰਾਨਾ ਕਰਦਾ ਰਵਾਂ, ਤੇ ਸਾਹਿਬ ਕਹਿੰਦੇ ਫਿਰ ਚੇਤ ਗੋਬਿੰਦ ਅਰਾਧੀ ਹੈ। ਫਿਰ ਉਸ ਪਰਮਾਤਮਾ ਦੇ ਨਾਮ ਨਾਲ ਜੁੜ, ਪਰਮਾਤਮਾ ਦੀ ਯਾਦ ਦੇ ਵਿੱਚ ਜੁੜ। ਸਾਹਿਬ ਕਹਿੰਦੇ ਫਿਰ ਜੀਵਨ 'ਚ ਆਨੰਦ ਹੀ ਆਨੰਦ ਹੈ, ਫਿਰ ਜੀਵਨ 'ਚ ਸੁੱਖ ਹੀ ਸੁੱਖ ਹੈ, ਫਿਰ ਜੀਵਨ 'ਚ ਸ਼ੁਕਰਾਨਾ ਹੀ ਸ਼ੁਕਰਾਨਾ ਹੈ। ਇਸੇ ਤਰ੍ਹਾਂ ਸ਼ੁਕਰਾਨਾ ਕਰਦੇ ਜੀਵਨ ਨੂੰ ਬਸਰ ਤੇ ਬਤੀਤ ਕਰ ਜਾਏਗਾ। ਸਾਹਿਬ ਕਿਰਪਾ ਕਰਨ, ਬਖਸ਼ਿਸ਼ ਕਰਨ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀ ਭੁੱਲਾਂ ਦੀ ਖਿਮਾ। ਬਲਾਓ ਫਤਿਹ ਆਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।